ਵਲੌਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਫਿਰ ਤੋਂ ਬਹੁਤ-ਬਹੁਤ ਸਵਾਗਤ। ਕਾਫੀ ਟਾਈਮ ਤੋਂ ਮੈਂ ਨੋਟ ਕਰ ਰਹੀ ਹਾਂ ਕਿ ਮੈਨੂੰ ਇੱਕ ਹੀ ਤਰ੍ਹਾਂ ਦੇ ਕੁਐਸਚਨਸ ਜ਼ਿਆਦਾ ਆਉਂਦੇ ਨੇ। ਉਹ ਆ ਕਿ ਕਿਵੇਂ ਸਟਾਕ ਮਾਰਕੀਟ 'ਚ ਇਨਵੈਸਟ ਕਰਨਾ, ਕਿਵੇਂ ਕ੍ਰਿਪਟੋ ਕਰੰਸੀ 'ਚ ਇਨਵੈਸਟ ਕਰਨਾ। ਪਰ ਹੁਣ ਤੱਕ ਕਿਸੇ ਦਾ ਵੀ ਐਵੇਂ ਦਾ ਕੁਐਸਚਨ ਨਹੀਂ ਆਇਆ ਕਿ ਕਿਵੇਂ ਆਪਾਂ ਫਿਜ਼ੀਕਲ ਕੋਮੋਡਿਟੀਜ਼ 'ਚ ਇਨਵੈਸਟ ਕਰ ਸਕਦੇ ਹਾਂ ਜਾਂ ਕਿਵੇਂ ਆਪਾਂ ਜਿਹੜਾ ਲੈਂਡਿੰਗ ਆ ਪੀਅਰ ਟੂ ਪੀਅਰ ਲੈਂਡਿੰਗ ਉਹਦੇ 'ਚ ਇਨਵੈਸਟ ਕਰ ਸਕਦੇ ਹਾਂ। ਸੋ ਮੈਨੂੰ ਲੱਗਦਾ ਕਿ ਮੇਬੀ ਇਹ ਹੋ ਸਕਦਾ ਕਿ ਕਾफ़ी ज़्यादा ਵੀਡੀਓਜ਼ ਨਹੀਂ ਹੈਗੀਆਂ ਇਸ ਚੀਜ਼ 'ਤੇ ਕਿ ਤੁਸੀਂ ਆਪਣੀ ਇਨਕਮ ਨੂੰ ਕਿਵੇਂ ਡਾਇਵਰਸੀਫਾਈ ਕਰ ਸਕਦੇ। ਸੋ ਅੱਜ ਆਪਾਂ ਉਸੇ ਚੀਜ਼ 'ਤੇ ਗੱਲ ਕਰਾਂਗੇ ਕਿ ਕਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀ ਇਨਵੈਸਟਮੈਂਟਸ ਹੁੰਦੀਆਂ ਨੇ, ਤੁਸੀਂ ਕਿਵੇਂ ਉਹਨਾਂ 'ਚ ਇਨਵੈਸਟ ਕਰ ਸਕਦੇ ਹੋ ਅਤੇ ਇਹ ਕਿਉਂ ਜ਼ਰੂਰੀ ਆ ਕਿ ਤੁਸੀਂ ਸਿਰਫ ਸਟਾਕਸ ਜਾਂ ਕ੍ਰਿਪਟੋ 'ਚ ਹੀ ਇਨਵੈਸਟ ਨਾ ਕਰੋ। ਤੁਸੀਂ ਜਿਹੜੀ ਤੁਹਾਡੀ ਇਨਕਮ ਆ ਜਾਂ ਜਿਹੜੀ ਤੁਹਾਡੀ ਸੇਵਿੰਗ ਆ ਉਹਨੂੰ ਕਿਵੇਂ ਡਾਇਵਰਸੀਫਾਈ ਕਰਕੇ ਇਨਵੈਸਟ ਕਰੋ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਅਲੱਗ-ਅਲੱਗ ਥਾਵਾਂ 'ਤੇ ਇਨਵੈਸਟ ਕਿਉਂ ਕਰਨਾ ਜ਼ਰੂਰੀ ਆ। ਫੋਰ ਐਗਜ਼ਾਮਪਲ, ਜੇ ਤੁਸੀਂ ਸਿਰਫ ਸਟਾਕਸ 'ਚ ਇਨਵੈਸਟ ਕਰ ਰਹੇ ਹੋ ਅਤੇ ਇਨਫਲੇਸ਼ਨ ਦੇ ਕਰਕੇ ਜੇ ਸਟਾਕ ਮਾਰਕੀਟ ਕਰੈਸ਼ ਹੁੰਦੀ ਆ, ਡਾਊਨ ਜਾਂਦੀ ਆ, ਤਾਂ ਤੁਹਾਡਾ ਸਾਰਾ ਪੈਸਾ ਵੀ ਡਾਊਨ ਜਾਊਗਾ। ਤੁਹਾਡੇ ਕੋਲ ਕੋਈ ਸੈਕਿੰਡ ਆਪਸ਼ਨ ਨਹੀਂ ਹੈਗਾ ਅਤੇ ਇਹਦੇ ਨਾਲ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਸਕਦਾ। ਪਰ ਉਹਦੀ ਥਾਂ 'ਤੇ ਜੇ ਤੁਸੀਂ ਆਪਣਾ ਪੈਸਾ ਡਿਵਾਈਡ ਕਰਕੇ ਪ੍ਰੋਪਰ ਅਲੱਗ-ਅਲੱਗ ਥਾਵਾਂ 'ਤੇ ਲਾਇਆ ਹੋਊਗਾ, ਜਿਵੇਂ ਕਿ ਤੁਸੀਂ ਸਟਾਕ ਮਾਰਕੀਟ, ਕ੍ਰਿਪਟੋ ਕਰੰਸੀ ਜਾਂ ਹੋਰ ਕਈ ਥਾਵਾਂ 'ਤੇ ਲਾਓਗੇ, ਤਾਂ ਹੋ ਸਕਦਾ ਜੇ ਸਟਾਕ ਮਾਰਕੀਟ ਇਨਫਲੇਸ਼ਨ ਕਰਕੇ ਡਾਊਨ ਆ, ਪਰ ਕੋਈ ਨਾ ਕੋਈ ਐਸਟ ਜਿਹਦੇ 'ਚ ਤੁਸੀਂ ਇਨਵੈਸਟ ਕੀਤਾ ਹੋ ਸਕਦਾ ਉਹ ਹੈਜ ਟੂ ਇਨਫਲੇਸ਼ਨ ਹੋਵੇ ਕਿ ਉਹ ਇਨਫਲੇਸ਼ਨ ਦੇ ਆਉਣ ਨਾਲ ਉੱਤੇ ਜਾਂਦੀ ਹੋਵੇ। ਸੋ ਜੇ ਤੁਹਾਡਾ ਇਹੋ ਜਿਹੀ ਕਿਸੇ ਐਸਟ 'ਚ ਪੈਸਾ ਲੱਗਿਆ ਹੋਊਗਾ ਤਾਂ ਉਹ ਡਾਊਨ ਨਹੀਂ ਜਾਊਗਾ। ਤੁਹਾਨੂੰ ਇਨਫਲੇਸ਼ਨ 'ਚ ਵੀ, ਕਰੈਸ਼ 'ਚ ਵੀ ਤੁਸੀਂ ਪੈਸਾ ਕਮਾ ਸਕੋਗੇ, ਪੋਜ਼ੀਟਿਵ ਕੈਸ਼ ਫਲੋ ਹੋ ਸਕਦਾ। ਆਪਾਂ ਅੱਜ ਇਹੀ ਚੀਜ਼ ਬਾਰੇ ਗੱਲ ਕਰਾਂਗੇ ਕਿ ਉਹ ਕਿਹੜੀਆਂ ਥਾਵਾਂ ਨੇ ਜਿੱਥੇ ਤੁਸੀਂ ਇਨਵੈਸਟ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤਾਂ ਆਪਣੀ ਸਟਾਕ ਮਾਰਕੀਟ ਆਉਂਦੀ ਆ ਨੰਬਰ 1 'ਤੇ। ਦੋ ਤਰ੍ਹਾਂ ਦੀਆਂ ਇਹਦੀ ਕੈਟੇਗਰੀਜ਼ ਆ ਜਾਂਦੀਆਂ ਨੇ, ਇੱਕ ਹੁੰਦੀ ਆ ਬਲੂ ਚਿਪ ਸਟਾਕਸ ਅਤੇ ਇੱਕ ਹੁੰਦੀਆਂ ਨੇ ਡਿਵੀਡੈਂਡ ਸਟਾਕਸ। ਆਪਾਂ ਇਹਦੇ ਬਾਰੇ ਆਲਰੇਡੀ 2 ਵੀਡੀਓਜ਼ ਬਣਾਈਆਂ ਹੋਈਆਂ ਨੇ, ਪਹਿਲਾਂ ਚੈਨਲ 'ਤੇ ਪਈਆਂ ਨੇ, ਤੁਸੀਂ ਉੱਥੇ ਜਾ ਕੇ ਡਿਟੇਲ 'ਚ ਦੇਖ ਸਕਦੇ ਹੋ ਕਿ ਕਿਵੇਂ ਦੀਆਂ ਬਲੂ ਚਿਪ ਸਟਾਕਸ ਹੁੰਦੀਆਂ ਨੇ ਜਾਂ ਡਿਵੀਡੈਂਡ ਸਟਾਕਸ ਕੀ ਹੁੰਦੀਆਂ ਨੇ। ਪਰ ਫੋਰ ਐਗਜ਼ਾਮਪਲ ਜਿਵੇਂ ਟੈਸਲਾ ਹੈ, ਜਿਹੜੀ ਤੁਹਾਨੂੰ ਲੌਂਗ ਰਨ 'ਚ ਚਾਹੇ ਡਿਵੀਡੈਂਡ ਨਹੀਂ ਪੇ ਕਰ ਰਹੀ ਪਰ ਤੁਹਾਨੂੰ ਬੈਨੀਫਿਟ ਜ਼ਰੂਰ ਹੁੰਦਾ, ਅਪ ਜਾਂਦੇ ਤੁਹਾਨੂੰ ਬਹੁਤ ਬੈਨੀਫਿਟ ਹੁੰਦਾ, ਉਹ ਬਲੂ ਚਿਪ ਸਟਾਕਸ ਹੋ ਜਾਂਦੀਆਂ ਨੇ। ਅਤੇ ਜਿਹੜੀਆਂ ਸਟਾਕਸ ਤੁਹਾਨੂੰ ਕੁਛ ਮਹੀਨੇ ਬਾਅਦ ਕੁਛ ਨਾ ਕੁਛ ਐਜ਼ ਆ ਡਿਵੀਡੈਂਡ ਹੁੰਦੀਆਂ ਰਹਿੰਦੀਆਂ ਨੇ, ਅਤੇ ਉਹ ਹੁੰਦੀਆਂ ਨੇ ਤੁਹਾਡੀਆਂ ਡਿਵੀਡੈਂਡ ਸਟਾਕਸ, ਜਿਵੇਂ ਕਿ NLY ਹੋ ਗਈ, ਜਿਹੜੀ ਕਿ ਤੁਹਾਨੂੰ ਅਰਾਊਂਡ 10.24% ਡਿਵੀਡੈਂਡ ਰੇਟ ਪੇ ਕਰਦੀ ਆ। ਇਸ ਤੋਂ ਅੱਗੇ ਆਉਂਦੀ ਆ ਕ੍ਰਿਪਟੋ ਕਰੰਸੀਜ਼ 'ਚ ਕੁਛ ਕ੍ਰਿਪਟੋਜ਼ ਐਵੇਂ ਦੀਆਂ ਨੇ ਜਿਹੜੀਆਂ ਬਹੁਤ ਪ੍ਰੋਮਿਸਿੰਗ ਨੇ, ਜਿਵੇਂ ਬਿਟਕੋਇਨ ਹੋ ਗਈ, ਅਥੀਰੀਅਮ ਹੋ ਗਈ, ਤੁਸੀਂ ਉਹਦੇ 'ਚ ਇਨਵੈਸਟ ਕਰ ਸਕਦੇ ਹੋ। ਉਹ ਤੋਂ ਇਲਾਵਾ ਤੁਸੀਂ ਜਿਹੜੀਆਂ ਅੰਡਰਵੈਲਿਊਡ ਕ੍ਰਿਪਟੋਜ਼ ਨੇ ਉਹਨਾਂ 'ਚ ਇਨਵੈਸਟ ਕਰ ਸਕਦੇ ਹੋ। ਇਸ ਤੋਂ ਬਾਅਦ ਤੀਜੇ ਨੰਬਰ 'ਤੇ ਆਉਂਦੀ ਆ ਰੀਅਲ ਇਸਟੇਟ। ਤੁਸੀਂ ਰੀਅਲ ਇਸਟੇਟ 'ਚ ਵੀ ਇਨਵੈਸਟ ਕਰ ਸਕਦੇ ਹੋ। ਇਹਦੇ 'ਚ ਸਭ ਤੋਂ ਜਿਹੜਾ ਪੋਪੂਲਰ ਹੈਗਾ ਉਹ ਹੈਗਾ ਰੈਂਟਲ ਇਨਕਮ। ਸੋ ਤੁਸੀਂ ਕੋਈ ਘਰ ਲਿਆ, ਉਹਨੂੰ ਰੈਂਟ 'ਤੇ ਚੜ੍ਹਾਇਆ ਅਤੇ ਬਾਅਦ 'ਚ ਜਿਹੜਾ ਰੈਂਟ ਤੁਹਾਡਾ ਮਹੀਨੇ ਦਾ ਮਹੀਨਾ ਤੁਹਾਨੂੰ ਮਿਲ ਰਿਹਾ ਹੈ ਉਹ ਤੁਹਾਡਾ ਕੈਸ਼ ਫਲੋ ਹੋ ਜਾਂਦਾ। ਉਸ ਤੋਂ ਬਾਅਦ ਹੁੰਦਾ ਇੱਕ ਫਲਿੱਪਿੰਗ ਲਈ ਸਭ ਤੋਂ ਪਹਿਲਾਂ ਤਾਂ ਫਲਿੱਪਿੰਗ ਲਈ ਤੁਸੀਂ ਕਾਫੀ ਜ਼ਿਆਦਾ ਐਕਸਪੀਰੀਅੰਸਡ ਹੋਣੇ ਚਾਹੀਦੇ। ਤੁਹਾਨੂੰ ਪ੍ਰੋਪਰਟੀ ਨੂੰ ਆਈਡੈਂਟੀਫਾਈ ਕਰਨ ਦਾ ਤਰੀਕਾ ਆਉਣਾ ਚਾਹੀਦਾ ਹੈ ਕਿ ਇਹ ਪ੍ਰੋਪਰਟੀ 'ਚ ਕਿੰਨਾ ਕੁ ਪੋਟੈਂਸ਼ੀਅਲ ਆ, ਇਹ ਦੇਖਣ ਦਾ ਤੁਹਾਡੇ ਕੋਲ ਤਰੀਕਾ ਹੋਣਾ ਚਾਹੀਦਾ। ਅਤੇ ਫਲਿੱਪਿੰਗ 'ਚ ਕੀ ਹੁੰਦਾ, ਤੁਸੀਂ ਕੋਈ ਪ੍ਰੋਪਰਟੀ ਲੈਂਦੇ ਹੋ ਅਤੇ ਉਹਨੂੰ ਥੋੜ੍ਹਾ ਫਰਨਿਸ਼ ਕਰਦੇ ਹੋ, ਥੋੜ੍ਹੀ ਰੀਮੋਡਲਿੰਗ ਕਰਦੇ ਹੋ, ਰੈਨੋਵੇਸ਼ਨ ਕਰਕੇ ਤੁਸੀਂ ਉਹਨੂੰ ਵੇਚ ਦਿੰਦੇ ਹੋ ਵੱਧ ਪ੍ਰੋਫਿਟ 'ਤੇ, ਉਹਨੂੰ ਫਲਿੱਪਿੰਗ ਕਹਿੰਦੇ ਨੇ। ਉਸ ਤੋਂ ਬਾਅਦ ਆਉਂਦੀ ਆ ਪ੍ਰੀ ਕੰਸਟਰਕਸ਼ਨ। ਅਤੇ ਪ੍ਰੀ ਕੰਸਟਰਕਸ਼ਨ 'ਚ ਮੰਨ ਲਓ ਜੇ ਕੋਈ ਅੱਜ ਪਲਾਨ ਆਇਆ ਹੈ, ਕੋਈ ਪ੍ਰੋਜੈਕਟ ਅੱਜ ਸਟਾਰਟ ਹੋ ਰਿਹਾ, ਟਾਊਨ ਹਾਊਸਿਸ ਬਣ ਰਹੇ ਨੇ, ਹੁਣ ਦਾ ਜਿਹੜਾ ਮਾਰਕੀਟ ਪ੍ਰਾਈਸ ਆ ਉਹ 4 ਲੱਖ ਆ, ਤੁਸੀਂ 5% ਜਾਂ 10% ਐਵੇਂ ਕਰਕੇ ਡਾਊਨ ਕਰਕੇ ਉਹਦੀ 2024 ਜਾਂ 2025 'ਚ ਕਲੋਜ਼ਿੰਗ ਆ, ਉਦੋਂ ਤੱਕ ਉਹਦਾ ਜਿਹੜਾ ਪ੍ਰਾਈਸ ਆ ਉਹ ਵੱਧ ਜਾਣਾ। ਕਿ ਜੇ 4 ਲੱਖ ਅੱਜ ਆ ਤਾਂ ਅੱਜ ਤੋਂ ਜੇ ਆਪਾਂ 2025 'ਚ ਦੇਖੀਏ ਅਤੇ ਜੇ ਪ੍ਰਾਈਸ ਵੱਧਦਾ ਏ ਤਾਂ ਕੀ ਹੁੰਦਾ ਕਿ ਲੋਕ ਉਹ ਪ੍ਰੋਪਰਟੀ 'ਚ ਜਾ ਕੇ ਰਹਿੰਦੇ ਨਹੀਂ ਹੈਗੇ, ਉਹਨੂੰ ਪਹਿਲਾਂ ਹੀ ਵੇਚ ਦਿੰਦੇ ਨੇ ਵੱਧ ਪ੍ਰਾਈਸ 'ਤੇ। ਇਸ ਤੋਂ ਬਾਅਦ ਆਪਾਂ ਆਉਂਦੇ ਹਾਂ ਪੀਅਰ ਟੂ ਪੀਅਰ ਲੈਂਡਿੰਗ 'ਤੇ। ਇਹਦੇ 'ਚ ਕੀ ਹੁੰਦਾ ਕਿ ਤੁਸੀਂ ਹੁਣ ਤਾਂ ਕਾਫੀ ਔਨਲਾਈਨ ਲੈਂਡਿੰਗ ਗਰੁੱਪ ਵੀ ਨੇ, ਤੁਸੀਂ ਉੱਥੇ ਜਾ ਕੇ ਕੋਈ ਕੰਪਨੀ ਆ, ਉਹਨੂੰ ਲੋਨ ਚਾਹੀਦਾ, ਉਹਨਾਂ ਦਾ ਕ੍ਰੈਡਿਟ ਸਕੋਰ ਸਾਰਾ ਕੁਝ ਆਉਂਦਾ ਹੈ, ਕਿੰਨੇ % 'ਤੇ ਉਹਨਾਂ ਨੂੰ ਉਹ ਲੋਨ ਪੇ ਕਰਨਗੇ, ਸਾਰਾ ਆਉਂਦਾ ਹੁੰਦਾ। ਸੋ ਤੁਸੀਂ ਉੱਥੇ ਜਾ ਕੇ ਕੰਪਨੀ ਦਾ ਸਾਰਾ ਬੈਕਗਰਾਊਂਡ ਚੈੱਕ ਕਰ ਸਕਦੇ ਹੋ ਅਤੇ ਦੇਖ ਸਕਦੇ ਹੋ ਕਿ ਕੰਪਨੀ 'ਚ ਇੰਨਾ ਪੋਟੈਂਸ਼ੀਅਲ ਹੈਗਾ ਕਿ ਇਹ ਆਉਣ ਵਾਲੇ ਟਾਈਮ 'ਚ ਤੁਹਾਡਾ ਸਾਰਾ ਪੈਸਾ ਮੋੜ ਦੂਗੀ। ਪਰਸਨਲੀ ਮੈਂ ਜਿਹੜੀ ਲੈਂਡਿੰਗ ਲਈ ਯੂਜ਼ ਕਰ ਰਹੀ ਹਾਂ ਵੈਬਸਾਈਟ, ਉਹ ਹੈਗੀ ਆ ਲੈਂਡਿੰਗ ਲੂਪ। ਕਿ ਐਵੇਂ ਕੰਪਨੀਜ਼ ਦੱਸੀਆਂ ਹੁੰਦੀਆਂ ਨੇ ਕਿ ਇਹਨਾਂ ਦਾ ਇੰਨਾ ਕ੍ਰੈਡਿਟ ਸਕੋਰ ਆ ਕਿ ਇਹ B+ ਨੇ, A ਕੈਟੇਗਰੀ 'ਚ ਨੇ ਜਾਂ ਜਿਹੜੀ 'ਚ ਵੀ ਨੇ। ਤੁਸੀਂ ਦੇਖ ਲਓ ਕਿ ਤੁਸੀਂ ਇਹਦੇ 'ਚ ਇਨਵੈਸਟ ਕਰਨਾ ਚਾਹੁੰਦੇ ਹੋ ਕਿ ਨਹੀਂ ਅਤੇ ਇਹਨਾਂ ਨੂੰ ਇੰਨਾ ਲੋਨ ਚਾਹੀਦਾ। ਪਰ ਇਹਦੀ ਇੱਕ ਗੱਲ ਆ ਕਿ ਜੇ ਤੁਸੀਂ ਇਹਦੇ 'ਚ ਇਨਵੈਸਟ ਕਰ ਰਹੇ ਹੋ
ਤਾਂ ਐਟਲੀਸਟ ਤੁਸੀਂ ਇੰਨਾ ਕੁ ਇਨਵੈਸਟ ਕਰੋ ਕਿ ਜਿਹੜਾ ਤੁਹਾਨੂੰ ਆਉਣ ਵਾਲੇ 3-4 ਸਾਲਾਂ ਤੱਕ ਪੈਸੇ ਦੀ ਜ਼ਰੂਰਤ ਨਹੀਂ ਹੈਗੀ, ਸਿਰਫ ਉਹੀ ਪੈਸਾ ਇਨਵੈਸਟ ਕਰੋ। ਤੇ ਬਾਕੀ ਤੁਸੀਂ ਸਾਈਟ 'ਤੇ ਦੇਖ ਸਕਦੇ ਹੋ ਕਿ ਕਿਵੇਂ ਦੇ ਇੰਟਰਸਟ ਰੇਟਸ ਪੇ ਕਰਦੇ ਨੇ, 12, 11, 13% ਇੱਦਾਂ ਇਹਨਾਂ ਦੇ ਇੰਟਰਸਟ ਰੇਟ ਹੁੰਦੇ ਨੇ। ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਲੈਂਡਿੰਗ ਵੈਬਸਾਈਟਸ ਹੈਗੀਆਂ ਨੇ, ਲੈਂਡਿੰਗ ਕਲੱਬ ਹੈਗਾ, ਤੁਸੀਂ ਉੱਥੇ ਵੀ ਇਨਵੈਸਟ ਕਰ ਸਕਦੇ ਹੋ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਫਿਜ਼ੀਕਲ ਕੋਮੋਡਿਟੀਜ਼ ਦੀ। ਫਿਜ਼ੀਕਲ ਕੋਮੋਡਿਟੀਜ਼ 'ਚ ਤੁਹਾਡਾ ਜਿਵੇਂ ਕਿ ਕੋਈ ਵੀ ਮੈਟਲ ਹੋ ਗਿਆ, ਗੋਲਡ ਹੋ ਗਿਆ, ਸਿਲਵਰ ਹੋ ਗਿਆ, ਪਲੇਡੀਅਮ ਹੋ ਗਿਆ, ਤੇ ਕਰੂਡ ਆਇਲ ਵੀ ਹੋ ਗਿਆ ਜਿਵੇਂ। ਸੋ ਇਹ ਸਾਰੀ ਚੀਜ਼ਾਂ ਨੇ ਜਿਹੜੀਆਂ ਇਹ ਤੁਹਾਡੀਆਂ ਕੋਮੋਡਿਟੀਜ਼ 'ਚ ਆਉਂਦੀਆਂ ਨੇ, ਫਿਜ਼ੀਕਲ ਕੋਮੋਡਿਟੀਜ਼ 'ਚ। ਕਰਨਾ ਪਹਿਲਾਂ ਤਾਂ ਤੁਹਾਨੂੰ ਇਹਦੇ 'ਚ ਇਨਵੈਸਟ ਕਰਨ ਲਈ ਅਪ ਟੂ ਡੇਟ ਰਹਿਣਾ ਪੈਂਦਾ, ਜਿਹੜਾ ਪ੍ਰਾਈਸ ਚੱਲ ਰਿਹਾ ਉਹਦੇ ਹਿਸਾਬ ਨਾਲ। ਤੇ ਇਹਦੇ ਲਈ ਤੁਸੀਂ ਕਿਟਕੋ ਡਾਊਨਲੋਡ ਕਰ ਸਕਦੇ ਹੋ, ਇਹ ਐਪ ਹੁੰਦੀ ਆ। ਇੱਥੇ ਸਾਰੇ ਪ੍ਰਾਈਸਿਸ ਆਉਂਦੇ ਨੇ ਕਿ ਕਰੂਡ ਆਇਲ ਦਾ ਕਿੰਨਾ ਪ੍ਰਾਈਸ ਆ, ਸਿਲਵਰ ਦਾ ਕਿੰਨਾ ਪ੍ਰਾਈਸ ਆ, ਤੇ ਗੋਲਡ ਦਾ ਕਿੰਨਾ ਪ੍ਰਾਈਸ ਆ। ਇੱਥੋਂ ਤੁਸੀਂ ਦੇਖ ਕੇ ਜਦੋਂ ਤੁਹਾਨੂੰ ਲੱਗਦਾ ਕਿ ਲੋ ਆ ਪ੍ਰਾਈਸ, ਤੁਸੀਂ ਉਹ ਡਿਪ 'ਚ ਬਾਈ ਕਰ ਸਕਦੇ ਹੋ ਗੋਲਡ ਸਿਲਵਰ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ। ਗੋਲਡ ਜਾਂ ਸਿਲਵਰ ਤੁਸੀਂ ਬੁਲੀਅਨ ਜਿਵੇਂ ਕੋਇਨ ਹੋ ਗਏ ਜਾਂ ਫਿਰ ਬਾਰਸ 'ਚ ਬਾਈ ਕਰ ਸਕਦੇ ਹੋ। ਇਹਦੇ 'ਚ ਵੀ ਅੱਗੇ ਕਾਫੀ ਕੈਟੇਗਰੀਜ਼ ਹੁੰਦੀਆਂ ਨੇ ਕਿ ਤੁਸੀਂ ਅਮਰੀਕਨ ਈਗਲ ਬਾਈ ਕਰਨਾ ਜਾਂ ਅਮਰੀਕਨ ਬਫਲੋ ਬਾਈ ਕਰਨਾ ਜਾਂ ਫਿਰ ਕੈਨੇਡਾ ਮੈਪਲ ਲੀਫ ਬਾਈ ਕਰਨਾ। ਸੋ ਕਾਫੀ ਕੈਟੇਗਰੀਜ਼ ਆ ਜਾਂਦੀਆਂ ਨੇ ਕੋਇਨਸ 'ਚ ਵੀ। ਤੇ ਫਿਰ ਇਹ ਵੀ ਡਿਸਾਈਡ ਕਰਨਾ ਹੁੰਦਾ ਕਿ ਤੁਸੀਂ ਕੋਇਨ 'ਚ ਇਨਵੈਸਟ ਕਰਨਾ ਜਾਂ ਬਾਰ 'ਚ ਇਨਵੈਸਟ ਕਰਨਾ। ਸੋ ਇਸ ਤੋਂ ਬਾਅਦ ਤੁਸੀਂ ਇਹ ਵੀ ਡਿਸਾਈਡ ਕਰਨਾ ਹੁੰਦਾ ਕਿ ਤੁਸੀਂ 24 ਕੈਰਟ ਗੋਲਡ 'ਚ ਇਨਵੈਸਟ ਕਰਨਾ ਜਾਂ 22 ਕੈਰਟ 'ਚ ਕਰਨਾ। ਇਹਦੇ ਕੁਝ ਆਪਣੇ ਫਾਇਦੇ ਤੇ ਨੁਕਸਾਨ ਹੁੰਦੇ ਨੇ। ਜਿਹੜਾ 24 ਕੈਰਟ ਗੋਲਡ ਆ ਉਹ ਵਿਕਦਾ ਬਹੁਤ ਛੇਤੀ ਹੈ ਕਿਉਂਕਿ ਉਹ ਪਿਓਰ ਗੋਲਡ ਹੁੰਦਾ, ਤੇ ਉਹ ਤੁਹਾਨੂੰ ਧਿਆਨ ਨਾਲ ਰੱਖਣਾ ਪੈਂਦਾ। ਇੱਕ ਕੈਪਸੂਲਸ ਆਉਂਦੇ ਨੇ, ਤੁਹਾਨੂੰ ਉਹਦੇ 'ਚ ਪੈਕ ਕਰਕੇ ਉਹਨੂੰ ਰੱਖਣਾ ਹੁੰਦਾ ਤਾਂ ਕਿ ਉਹਦੇ 'ਤੇ ਕੋਈ ਸਕ੍ਰੈਚ ਨਾ ਪਵੇ, ਕਿਉਂਕਿ ਇੱਕ ਸਕ੍ਰੈਚ ਪੈਣ ਨਾਲ ਵੀ ਜਿਹੜੇ ਤੁਹਾਡਾ ਕੋਇਨ ਆ ਉਹਦੀ ਕੀਮਤ ਘਟ ਸਕਦੀ ਆ। ਤੇ ਜੇ ਤੁਸੀਂ ਕਿਟਕੋ ਐਪ 'ਤੇ ਜਾ ਕੇ ਦੇਖੋਗੇ ਕਿ ਇਹਨਾਂ ਦੇ ਜਿਹੜੇ ਪ੍ਰਾਈਸਿਸ ਨੇ ਗੋਲਡ ਦਾ, ਫੋਰ ਐਗਜ਼ਾਮਪਲ ਜੇ 2300 ਪ੍ਰਾਈਸ ਆ, ਤਾਂ ਇਹ ਨਾ ਸੋਚੋ ਕਿ ਜਦੋਂ ਤੁਸੀਂ ਇਹਨੂੰ ਬਾਏ ਕਰਨ ਜਾਓਗੇ ਤਾਂ ਤੁਹਾਨੂੰ 2300 ਦਾ ਹੀ ਮਿਲੂਗਾ। ਇਹਦੇ ਉੱਤੇ ਇੱਕ ਪ੍ਰੀਮੀਅਮ ਵੀ ਚਾਰਜ ਹੁੰਦਾ। ਪ੍ਰੀਮੀਅਮ ਹੁੰਦਾ ਜਿਹੜਾ ਉਹ 150 ਵੀ ਹੋ ਸਕਦਾ, 200 ਵੀ ਹੋ ਸਕਦਾ, 250 ਵੀ ਹੋ ਸਕਦਾ। ਇਹ ਡਿਪੈਂਡ ਕਰਦਾ ਕਿ ਜਦੋਂ ਤੁਸੀਂ ਉਹ ਕੋਇਨ ਲੈ ਰਹੇ ਹੋ ਉਸ ਟਾਈਮ ਕਿੰਨੀ ਕੁ ਡਿਮਾਂਡ ਚੱਲ ਰਹੀ ਹੈ ਗੋਲਡ ਦੀ ਜਾਂ ਸਿਲਵਰ ਦੀ। ਜੇ ਉਸ ਟਾਈਮ ਡਿਮਾਂਡ ਜ਼ਿਆਦਾ ਆ ਤਾਂ ਜਿਹੜਾ ਪ੍ਰੀਮੀਅਮ ਆ ਉਹ ਹਾਈ ਹੋਊਗਾ, ਅਪ ਹੋਊਗਾ, $300 ਹੋ ਸਕਦਾ, 250 ਹੋ ਸਕਦਾ। ਪਰ ਜੇ ਉਸ ਟਾਈਮ ਡਿਮਾਂਡ ਘੱਟ ਆ ਤਾਂ ਉਹੀ ਪ੍ਰੀਮੀਅਮ ਤੁਹਾਨੂੰ 150 ਵੀ ਹੋ ਸਕਦਾ, 200 ਵੀ ਹੋ ਸਕਦਾ। ਜਿਹੜਾ ਪ੍ਰੀਮੀਅਮ ਆ ਇਹਦਾ ਤੁਹਾਨੂੰ ਕੋਈ ਨੁਕਸਾਨ ਨਹੀਂ ਹੈਗਾ ਕਿਉਂਕਿ ਜਦੋਂ ਤੁਸੀਂ ਕੋਇਨ ਵੇਚੋਗੇ ਉਦੋਂ ਤੁਹਾਨੂੰ ਪ੍ਰੀਮੀਅਮ ਵਾਪਸ ਵੀ ਮਿਲਣਾ, ਪਰ ਅਕੋਰਡਿੰਗ ਟੂ ਉਹ ਟਾਈਮ ਦੇ ਹਿਸਾਬ ਨਾਲ। ਜਿਸ ਟਾਈਮ ਤੁਸੀਂ ਵੇਚੋਗੇ ਜੇ ਪ੍ਰੀਮੀਅਮ ਅਪ ਹੋਇਆ ਤਾਂ ਤੁਹਾਨੂੰ ਓਨਾ ਪ੍ਰੀਮੀਅਮ ਮਿਲ ਜੂਗਾ, ਜੇ ਡਾਊਨ ਹੋਇਆ ਤਾਂ ਤੁਹਾਨੂੰ ਉਹੀ ਹਿਸਾਬ ਨਾਲ ਮਿਲ ਜੂਗਾ ਕਿ 150 200 ਤੇ ਜੇ ਆਪਾਂ ਦਾ 300 350 ਜਾਂ 250 ਦੇ ਹਿਸਾਬ ਨਾਲ ਤੁਹਾਨੂੰ ਮਿਲ ਜੂਗਾ। ਤੇ ਇਹਦੇ ਤੇ ਕੋਈ ਵੀ ਟੈਕਸਿਸ ਨਹੀਂ ਹੁੰਦੇ ਹੈਗੇ ਕੈਨੇਡਾ ਮੈਪਲ ਲੀਫ ਤੇ। ਜੇ ਤੁਸੀਂ ਕੈਨੇਡਾ ਦੇ ਵਿੱਚ ਬੈਠ ਕੇ ਕੈਨੇਡਾ ਦਾ ਗੋਲਡ ਕੋਇਨ ਬਾਈ ਕਰ ਰਹੇ ਹੋ, ਗੋਲਡ ਬਾਰ ਬਾਈ ਕਰ ਰਹੇ ਹੋ, ਉਹਦੇ ਤੇ ਤੁਸੀਂ ਟੈਕਸਿਸ ਨਹੀਂ ਪੇ ਕਰਦੇ ਹੈਗੇ। ਐਵੇਂ ਨਹੀਂ ਹੈਗਾ ਕਿ ਕਿਸੇ ਵੀ ਸ਼ਾਪ ਤੇ ਜਾ ਕੇ ਬਾਈ ਕਰ ਸਕਦੇ ਹੋ। ਕੁਝ ਸਪੈਸੀਫਿਕ ਸ਼ਾਪਸ ਹੁੰਦੀਆਂ ਨੇ, ਉਹ ਤੁਸੀਂ ਰਾਇਲ ਮਿੰਟ ਕੈਨੇਡਾ ਦੀ ਵੈਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ। ਉੱਥੇ ਸਾਰਾ ਦੱਸਿਆ ਹੁੰਦਾ ਕਿ ਕਿੱਥੇ ਸ਼ਾਪਸ ਅਵੇਲੇਬਲ ਨੇ, ਟੋਰਾਂਟੋ 'ਚ ਕਿੱਥੇ ਨੇ, ਵੈਂਕੂਵਰ 'ਚ ਕਿੱਥੇ ਨੇ, ਉਹ ਸਾਰਾ ਉਹਨਾਂ ਨੇ ਮੈਂਸ਼ਨ ਕੀਤਾ ਹੁੰਦਾ। ਤੇ ਹਰ ਇੱਕ ਕੰਟਰੀ ਦੇ ਆਪਣੇ ਕੋਇਨਸ ਹੁੰਦੇ ਨੇ। ਇੰਡੀਆ ਦੇ ਅਲੱਗ ਕੋਇਨ ਹੋਊਗਾ, ਚਾਈਨਾ ਦਾ ਅਲੱਗ ਆ, ਅਮਰੀਕਾ ਦੇ ਅਲੱਗ ਨੇ। ਸੋ ਤੁਸੀਂ ਆਪਣੀ ਕੰਟਰੀ ਦਾ ਕੋਇਨ ਬਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਹੋਰ ਵੀ ਬਹੁਤ ਥਾਵਾਂ ਨੇ ਜਿੱਥੇ ਤੁਸੀਂ ਪੈਸੇ ਇਨਵੈਸਟ ਕਰ ਸਕਦੇ ਹੋ, ਜਿਵੇਂ ਕਿ ਸੀਡੀਜ਼ ਹੋ ਗਏ। ਸੀਡੀਜ਼ ਸਰਟੀਫਿਕੇਟ ਆਫ ਡਿਪੋਜ਼ਿਟ ਹੁੰਦੇ ਨੇ ਇੱਕ ਟਰਮ ਲਈ, ਜਿਵੇਂ ਕੁਝ ਫਿਕਸ ਟਾਈਮ ਪੀਰੀਅਡ ਲਈ ਆਪਣੇ ਪੈਸੇ ਬੈਂਕ ਕੋਲ ਰੱਖਦੇ ਹੋ ਤੇ ਐਟ ਦੀ ਐਂਡ ਆਫ ਦੀ ਟਰਮ ਬੈਂਕ ਤੁਹਾਨੂੰ ਇੰਟਰਸਟ ਰੇਟ ਜੋ ਵੀ ਤੁਹਾਡਾ ਬਣਦਾ ਉਹਦੇ ਹਿਸਾਬ ਨਾਲ ਜਿੰਨਾ ਵੀ ਅਮਾਊਂਟ ਬਣਦਾ ਪਲੱਸ ਤੁਹਾਡਾ ਜਿਹੜਾ ਪ੍ਰਿੰਸੀਪਲ ਅਮਾਊਂਟ ਆ ਉਹ ਤੁਹਾਨੂੰ ਵਾਪਸ ਕਰ ਦਿੰਦੇ ਨੇ। ਤੇ ਇਸ ਤੋਂ ਬਾਅਦ ਤੁਸੀਂ ਹਾਈ ਯੀਲਡ ਸੇਵਿੰਗ ਅਕਾਊਂਟਸ 'ਚ ਵੀ ਆਪਣਾ ਪੈਸਾ ਰੱਖ ਸਕਦੇ ਹੋ, ਪਰ ਕੈਨੇਡਾ ਦੇ ਵਿੱਚ ਮੈਨੂੰ ਲੱਗਦਾ ਕੋਈ ਐਡਾ ਹਾਈ ਯੀਲਡ ਸੇਵਿੰਗ ਅਕਾਊਂਟ ਨਹੀਂ ਹੈਗਾ। ਕੋਈ ਬੈਂਕ 3% ਤੋਂ ਉੱਤੇ ਦਿੰਦਾ ਹੀ ਨਹੀਂ ਹੈਗਾ ਇੰਟਰਸਟ ਰੇਟ। ਸੋ ਪ੍ਰਾਈਵੇਟ ਲੈਂਡਰਸ ਹੋਣਗੇ ਕੁਝ ਜਿਹੜੇ ਦੇਣਗੇ, ਪਰ ਬੈਂਕ ਨਹੀਂ ਦਿੰਦਾ 3% ਤੋਂ ਉੱਤੇ ਜਿੱਥੇ ਤੱਕ ਮੈਨੂੰ ਲੱਗਦਾ ਏ। ਪਰ ਇੰਡੀਆ 'ਚ ਸ਼ਾਇਦ ਕੁਝ ਬੈਂਕਸ ਦਿੰਦੇ ਹੋਣਗੇ 6% 8%। ਵੀਡੀਓ ਦੇ ਐਂਡ 'ਚ ਜਿਹੜੀ ਇੱਕ ਚੀਜ਼ ਮੈਂ ਦੱਸਣੀ ਚਾਹੂੰਗੀ ਉਹ ਹੈਗੀ ਆ ਕਿ ਪਲੀਜ਼ ਜੇ ਤੁਹਾਡੇ ਕੋਲ ਸੋਰਸ ਆਫ ਇਨਕਮ ਨਹੀਂ ਹੈਗਾ, ਪਲੀਜ਼ ਬੈਂਕ ਤੋਂ ਪੈਸੇ ਲੈ ਕੇ ਇਨਵੈਸਟ ਕਰਨ ਬਾਰੇ ਨਾ ਸੋਚੋ ਐਵੇਂ ਦੀ ਚੀਜ਼ਾਂ 'ਚ, ਜਿਹੜੀਆਂ ਚੀਜ਼ਾਂ 'ਚ ਰਿਸਕ ਜ਼ਿਆਦਾ ਆ। ਸਪੈਸ਼ਲੀ ਜਿਵੇਂ ਕਿ ਸਟਾਕਸ ਹੋ ਗਈਆਂ, ਬਿਟਕੋਇਨ ਹੋ ਗਿਆ, ਕ੍ਰਿਪਟੋ ਕਰੰਸੀ ਕੋਈ ਵੀ ਹੋਗੀ, ਉਹਦੇ 'ਚ ਤੁਸੀਂ ਜੇ ਸੋਚ ਰਹੇ ਹੋ ਕਿ ਤੁਸੀਂ ਕਿਸ ਤੋਂ ਪੈਸੇ ਲੈਂਡ ਕਰਕੇ ਲਾਓ, ਉਹ ਚੀਜ਼ ਸਹੀ ਨਹੀਂ ਹੈਗੀ। ਤੁਸੀਂ ਥੋੜ੍ਹਾ ਟਾਈਮ ਵੇਟ ਕਰ ਲਓ, ਜਦੋਂ ਤੁਹਾਡੇ ਕੋਲ ਥੋੜ੍ਹੀ ਬਹੁਤੀ ਸੇਵਿੰਗ ਹੋਈ, ਤੁਹਾਨੂੰ ਲੱਗੇ ਤੁਹਾਡੇ ਐਮਰਜੈਂਸੀ ਫੰਡਸ ਤੋਂ ਇਲਾਵਾ ਤੁਹਾਡੇ ਕੋਲ ਐਕਸਟਰਾ ਪੈਸੇ ਪਏ ਨੇ, ਤੁਸੀਂ ਉਹੀ ਇਨਵੈਸਟ ਕਰੋ। ਸੋ ਜੇ ਤੁਹਾਨੂੰ ਵੀਡੀਓ ਯੂਜ਼ਫੁਲ ਲੱਗੀ, ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਕਰਿਓ, ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਗੋਲਡ ਐਂਡ ਸਿਲਵਰ ਕੋਮੋਡਿਟੀਜ਼ ਦੀ ਡਿਟੇਲ 'ਚ ਵੀਡੀਓ ਚਾਹੀਦੀ ਆ ਜਾਂ ਤੁਸੀਂ ਕੋਈ ਹੋਰ ਟੌਪਿਕ ਪ੍ਰੈਫਰ ਕਰੋਗੇ।
ਜੋ ਵੀ ਤੁਹਾਡੀ ਪ੍ਰੈਫਰੈਂਸ ਆਪਾਂ ਉਹਦੇ ਹਿਸਾਬ ਨਾਲ ਆਪਣੀ ਨੈਕਸਟ ਟੂ ਨੈਕਸਟ ਵੀਡੀਓ ਬਣਾ ਦਾਂਗੇ।